ਦੋਸਤੋ, ਮੇਰਾ ਨਾਮ ਪ੍ਰੀਤੀ ਹੈ। ਮੇਰੇ ਘਰ ਵਿੱਚ ਮੈਂ ਤੇ ਮੇਰੀ ਮੰਮੀ ਰਹਿੰਦੇ ਹਾਂ। ਅਸੀਂ ਬਹੁਤ ਹੀ ਗਰੀਬ ਸੀ ਅਤੇ ਨਾ ਹੀ ਮੇਰਾ ਕਿਤੇ ਕੋਈ ਰਿਸ਼ਤਾ ਹੋ ਰਿਹਾ ਸੀ। ਪਰ ਇੱਕ ਦਿਨ ਮੇਰੀ ਚਾਚੀ ਮੇਰੇ ਲਈ ਰਿਸ਼ਤਾ ਲੈ ਕੇ ਆਈ। ਸਾਰੀ ਕਹਾਣੀ ਮੈਂ ਤੁਹਾਨੂੰ ਹੁਣ ਖੁੱਲ੍ਹ ਕੇ ਦੱਸਦੀ ਹਾਂ। ਅੱਜ ਜਦੋਂ ਮੈਂ ਸਵੇਰੇ ਉੱਠੀ ਤੇ ਮੇਰੀ ਮੰਮੀ ਨੇ ਕਿਹਾ ਕਿ ਬੇਟਾ ਤੂੰ ਤਿਆਰ ਹੋ ਜਾ, ਅੱਜ ਆਪਣੇ ਘਰ ਕਿਸੇ ਨੇ ਆਉਣਾ ਹੈ। ਮੈਂ ਬਹੁਤ ਹੈਰਾਨੀ ਨਾਲ ਮੰਮੀ ਨੂੰ ਪੁੱਛਿਆ ਕਿ ਮੰਮੀ ਕਿੰਨੇ ਆਉਣਾ ਹੈ, ਕਿਉਂਕਿ ਅੱਜ ਤੱਕ ਸਾਡੇ ਘਰ ਵਿੱਚ ਕੋਈ ਵੀ ਨਹੀਂ ਆਉਂਦਾ ਜਾਂਦਾ ਸੀ ਤੇ ਨਾ ਹੀ ਮੈਂ ਕਦੇ ਕਿਸੇ ਨੂੰ ਸਾਡੇ ਘਰ ਆਉਂਦੇ ਜਾਂਦੇ ਦੇਖਿਆ ਸੀ। ਅਸੀਂ ਗਰੀਬ ਸੀ, ਇਸ ਕਰਕੇ ਕੋਈ ਵੀ ਸਾਡੇ ਘਰ ਆਉਣਾ ਜਾਣਾ ਪਸੰਦ ਨਹੀਂ ਕਰਦਾ ਸੀ। ਇਸ ਕਰਕੇ ਮੰਮੀ ਦੀ ਗੱਲ ਸੁਣ ਕੇ ਮੈਂ ਬਹੁਤ ਹੈਰਾਨ ਹੋਈ ਸੀ। ਮੈਂ ਫਿਰ ਮੰਮੀ ਨੂੰ ਪੁੱਛਿਆ ਕਿ ਮੰਮੀ ਕੌਣ ਆਉਣ ਵਾਲਾ ਹੈ, ਪਰ ਮੰਮੀ ਨੇ ਕੋਈ ਜਵਾਬ ਨਹੀਂ ਦਿੱਤਾ। ਮੇਰੇ ਬਾਰ-ਬਾਰ ਪੁੱਛਣ ਤੇ ਮੰਮੀ ਨੇ ਦੱਸਿਆ ਕਿ ਤੇਰੀ ਚਾਚੀ ਨੇ ਆਉਣਾ ਹੈ, ਜਲਦੀ ਨਾਲ ਨਹਾ ਲੈ, ਫਿਰ ਤੈਨੂੰ ਪਾਰਲਰ ਵੀ ਜਾਣਾ ਪੈਣਾ। ਮੈਂ ਫਿਰ ਹੈਰਾਨੀ ਨਾਲ ਪੁੱਛਿਆ, ਕਿਉਂ? ਪਾਰਲਰ ਕਿਸ ਖੁਸ਼ੀ ਵਿੱਚ ਜਾਣਾ ਹੈ? ਮੈਂ ਮੰਮੀ ਨੂੰ ਕਿਹਾ ਕਿ ਮੰਮੀ, ਜੇ ਚਾਚੀ ਨੇ ਇਸ ਇਰਾਦੇ ਨਾਲ ਘਰ ਆਉਣਾ ਆ ਕਿ ਮੇਰਾ ਵਿਆਹ ਉਹਦੇ ਭਰਾ ਨਾਲ ਹੋ ਜਾਵੇ, ਤਾਂ ਤੁਸੀਂ ਮੇਰੀ ਇੱਕ ਗੱਲ ਸੁਣ ਲਵੋ, ਜੋ ਮਰਜ਼ੀ ਹੋ ਜਾਵੇ, ਮੈਂ ਚਾਚੀ ਦੇ ਭਰਾ ਨਾਲ ਵਿਆਹ ਨਹੀਂ ਕਰਵਾਉਣਾ। ਮੇਰੀ ਗੱਲ ਸੁਣ ਕੇ ਮੰਮੀ ਗੁੱਸੇ ਹੋ ਗਏ ਤੇ ਮੈਨੂੰ ਬੋਲਣ ਲੱਗੇ, ਆਪਣਾ ਦਿਮਾਗ ਚਲਾਉਣ ਦੀ ਕੋਈ ਲੋੜ ਨਹੀਂ ਹੈ, ਜਲਦੀ ਨਾਲ ਨਹਾ ਲੈ। ਉਹਨਾਂ ਦੀ ਗੱਲ ਸੁਣ ਕੇ ਮੈਂ ਨਹਾਉਣ ਚਲੀ ਗਈ। ਜਦੋਂ ਮੈਂ ਨਹਾ ਕੇ ਬਾਹਰ ਨਿਕਲੀ ਤਾਂ ਆਪਣੇ ਘਰ ਨੂੰ ਦੇਖ ਕੇ ਹੈਰਾਨ ਰਹਿ ਗਈ, ਕਿਉਂਕਿ ਮੇਰੇ ਘਰ ਵਿੱਚ ਬਹੁਤ ਸਾਫ਼ ਸਫਾਈ ਕੀਤੀ ਹੋਈ ਸੀ। ਅੱਜ ਤੱਕ ਮੈਂ ਕਦੇ ਵੀ ਆਪਣਾ ਘਰ ਇੰਨਾ ਸੋਹਣਾ ਸਜਾਇਆ ਹੋਇਆ ਨਹੀਂ ਦੇਖਿਆ ਸੀ। ਵੈਸੇ ਤਾਂ ਸਾਡੇ ਘਰ 'ਚ ਗੰਦਗੀ ਹੀ ਰਹਿੰਦੀ ਸੀ, ਕਿਉਂਕਿ ਮੇਰੀ ਮੰਮੀ ਦੀ ਤਬੀਅਤ ਖਰਾਬ ਰਹਿੰਦੀ ਸੀ। ਮੈਂ ਹੀ ਸਫਾਈ ਕਰਦੀ ਸੀ, ਮੇਰੇ ਤੋਂ ਵੀ ਇੰਨਾ ਕੰਮ ਨਹੀਂ ਹੁੰਦਾ ਸੀ, ਇਸ ਕਰਕੇ ਜਿੰਨਾ ਕੁ ਹੁੰਦਾ ਕਰ ਲੈਂਦੀ ਸੀ। ਪਰ ਅੱਜ ਮੈਨੂੰ ਆਪਣਾ ਘਰ ਦੇਖ ਕੇ ਬਹੁਤ ਵਧੀਆ ਲੱਗਦਾ ਪਿਆ ਸੀ। ਜਦੋਂ ਮੈਂ ਰਸੋਈ 'ਚ ਗਈ ਤਾਂ ਮੰਮੀ ਰੋਟੀ ਬਣਾਉਂਦੇ ਪਏ ਸੀ। ਮੈਂ ਉਹਨਾਂ ਦੇ ਕੋਲ ਗਈ। ਮੰਮੀ ਕਹਿੰਦੇ ਕਿ ਪ੍ਰੀਤੀ ਤੇਰੀ ਚਾਚੀ ਆਉਂਦੀ ਪਈ ਆ, ਨਾਲੇ ਤੇਰੀ ਚਾਚੀ ਨੇ ਪੈਸੇ ਵੀ ਭੇਜੇ ਆ, ਜਾ ਕੇ ਤੂੰ ਵਧੀਆ ਪਾਰਲਰ 'ਚੋਂ ਤਿਆਰ ਹੋ ਜਾ। ਚੱਲ, ਕਿਸੇ ਨੂੰ ਤੇ ਸਾਡੇ ਤੇ ਤਰਸ ਆਇਆ, ਨਹੀਂ ਤਾਂ ਤੇਰੇ ਪਾਪਾ ਦੀ ਮੌਤ ਤੋਂ ਬਾਅਦ ਤਾਂ ਮੇਰੇ ਸਹੁਰਿਆਂ ਨੇ ਵੀ ਮੈਨੂੰ ਕੱਢ ਦਿੱਤਾ ਸੀ। ਮੈਂ ਤੇਰੇ ਨਾਨਾ ਨਾਨੀ ਦੇ ਘਰ ਵੀ ਨਹੀਂ ਜਾ ਸਕਦੀ ਸੀ, ਕਿਉਂਕਿ ਉਹ ਤਾਂ ਖੁਦ ਆਪਣੇ ਮੁੰਡਿਆਂ ਦੇ ਸਹਾਰੇ ਸੀ। ਫਿਰ ਮੈਨੂੰ ਕਿੱਥੇ ਰੱਖਦੇ? ਤੇਰੇ ਪਾਪਾ ਦੀ ਮੌਤ ਤੋਂ ਬਾਅਦ ਮੈਂ ਬਹੁਤ ਮੁਸ਼ਕਿਲ ਘੜੀ ਦੇਖੀ, ਪਰ ਹੁਣ ਮੈਨੂੰ ਲੱਗਦਾ ਕਿ ਸ਼ਾਇਦ ਰੱਬ ਨੇ ਸਾਡੇ ਲਈ ਤੇਰੀ ਚਾਚੀ ਨੂੰ ਸਹਾਰਾ ਬਣਾ ਕੇ ਭੇਜਿਆ ਆ। ਤੂੰ ਅੱਜ ਆਪਣੀ ਚਾਚੀ ਦੇ ਸਾਹਮਣੇ ਵਧੀਆ ਤਰੀਕੇ ਨਾਲ ਰਹੀਂ, ਕੋਈ ਵੀ ਗੜਬੜ ਨਾ ਕਰੀਂ। ਮੰਮੀ ਨੇ ਮੈਨੂੰ ਪੈਸੇ ਦਿੱਤੇ ਤੇ ਕਿਹਾ ਕਿ ਵਧੀਆ ਜਿਹੇ ਪਾਰਲਰ ਤੋਂ ਤਿਆਰ ਹੋ ਕੇ ਆਈ। ਜਦੋਂ ਮੈਂ ਪਾਰਲਰ ਜਾਣ ਲਈ ਤਿਆਰ ਹੋਈ ਤਾਂ ਮੰਮੀ ਨੇ ਮੈਨੂੰ ਕੁਝ ਹੋਰ ਪੈਸੇ ਦਿੱਤੇ ਤੇ ਕਹਿੰਦੇ, ਆਪਣੇ ਲਈ ਕੋਈ ਵਧੀਆ ਸੂਟ ਵੀ ਖਰੀਦ ਲਈ, ਤੂੰ ਅੱਜ ਉਹੀ ਸੂਟ ਪਾਉਣਾ ਆ। ਉਹਨਾਂ ਦੀ ਗੱਲ ਸੁਣ ਕੇ ਮੈਂ ਬਹੁਤ ਜ਼ਿਆਦਾ ਖੁਸ਼ ਹੋ ਗਈ, ਕਿਉਂਕਿ ਪਾਪਾ ਦੀ ਮੌਤ ਤੋਂ ਬਾਅਦ ਮੈਂ ਕਦੀ ਵੀ ਨਵੇਂ ਕੱਪੜੇ ਨਹੀਂ ਲਏ ਸੀ। ਸਾਡੇ ਕੋਲ ਇੰਨੇ ਪੈਸੇ ਨਹੀਂ ਸੀ ਕਿ ਅਸੀਂ ਨਵੇਂ ਕੱਪੜੇ ਖਰੀਦ ਸਕੀਏ। ਕੋਈ ਵੀ ਰਿਸ਼ਤੇਦਾਰ, ਆਂਢ ਗੁਆਂਢ ਸਾਨੂੰ ਵਿਆਹ ਸ਼ਾਦੀ ਤੇ ਨਹੀਂ ਬੁਲਾਉਂਦਾ ਸੀ। ਕਦੇ ਵੀ ਕੋਈ ਦਿਨ ਤਿਉਹਾਰ ਹੁੰਦਾ ਸੀ ਤਾਂ ਅਸੀਂ ਆਪਣੇ ਪੁਰਾਣੇ ਕੱਪੜਿਆਂ 'ਚੋਂ ਹੀ ਜਿਹੜਾ ਕੋਈ ਵਧੀਆ ਹੁੰਦਾ ਉਹੀ ਪਾ ਲੈਂਦੀਆਂ ਸੀ, ਤੇ ਹਰ ਦਿਨ ਤਿਉਹਾਰ ਤੇ ਅਸੀਂ ਆਪਣੇ ਘਰ ਹੀ ਰਹਿੰਦੀਆਂ ਸੀ। ਮੈਂ ਅੱਜ ਤੱਕ ਕਦੀ ਵੀ ਪਾਰਲਰ 'ਚੋਂ ਤਿਆਰ ਹੋ ਕੇ ਨਹੀਂ ਆਈ ਸੀ, ਇਸ ਕਰਕੇ ਮੈਂ ਖੁਸ਼ੀ-ਖੁਸ਼ੀ ਆਪਣੀ ਕਿਸੇ ਸਹੇਲੀ ਨੂੰ ਘਰ ਬੁਲਾਇਆ ਤੇ ਉਹਦੇ ਨਾਲ ਬਾਜ਼ਾਰ ਚਲੀ ਗਈ। ਮੈਂ ਆਪਣੇ ਲਈ ਬਹੁਤ ਸੋਹਣਾ ਸੂਟ ਖਰੀਦਿਆ ਤੇ ਪਾਰਲਰ ਚਲੀ ਗਈ। ਉਹਨਾਂ ਨੂੰ ਮੈਂ ਪਹਿਲਾਂ ਹੀ ਜਾਣਦੀ ਸੀ। ਉਹ ਬਹੁਤ ਹੈਰਾਨੀ ਨਾਲ ਮੈਨੂੰ ਪੁੱਛਣ ਲੱਗੀ ਕਿ ਪ੍ਰੀਤੀ, ਤੂੰ ਤਾਂ ਕਦੀ ਵੀ ਆਪਣੇ ਘਰੋਂ ਬਾਹਰ ਨਹੀਂ ਨਿਕਲੀ, ਕੀ ਹੋਇਆ? ਅੱਜ ਕੋਈ ਖਾਸ ਵਜ੍ਹਾ ਆ? ਮੈਂ ਹੱਸਦੇ ਹੋਏ ਉਹਨੂੰ ਜਵਾਬ ਦਿੱਤਾ, ਇੱਦਾਂ ਹੀ ਸਮਝ ਲਓ, ਬਸ ਜਲਦੀ ਨਾਲ ਮੈਨੂੰ ਤਿਆਰ ਕਰ ਦਿਓ, ਮੈਂ ਘਰ ਵੀ ਜਾਣਾ ਹੈ। ਅੱਜ ਦਾ ਦਿਨ ਮੇਰੇ ਲਈ ਬਹੁਤ ਵਧੀਆ ਸੀ। ਉਹਨੇ ਮੈਨੂੰ ਤਿਆਰ ਕਰਨ ਲਈ ਕੁਰਸੀ ਤੇ ਬਿਠਾ ਦਿੱਤਾ। ਅੱਜ ਮੇਰੇ ਬਚਪਨ ਦੀ ਖੁਆਇਸ਼ ਪੂਰੀ ਹੋ ਗਈ ਸੀ, ਕਿਉਂਕਿ ਮੈਂ ਸ਼ੁਰੂ ਤੋਂ ਹੀ ਸੋਚਦੀ ਸੀ ਕਿ ਮੈਂ ਵਧੀਆ ਕੱਪੜੇ ਪਾਵਾਂ ਤੇ ਪਾਰਲਰ 'ਚੋਂ ਤਿਆਰ ਹੋਵਾਂ, ਪਰ ਘਰ ਦੀਆਂ ਮਜਬੂਰੀਆਂ ਕਰਕੇ ਤੇ ਪੈਸੇ ਦੀ ਤੰਗੀ ਕਰਕੇ ਇਹ ਸੁਪਨਾ ਮੇਰਾ ਪੂਰਾ ਨਹੀਂ ਹੋ ਸਕਿਆ ਸੀ। ਮੈਨੂੰ ਉੱਥੇ ਤਿਆਰ ਹੋਣਾ ਬਹੁਤ ਵਧੀਆ ਲੱਗਦਾ ਸੀ। ਜਦੋਂ ਮੈਂ ਸ਼ੀਸ਼ੇ ਵਿੱਚ ਦੇਖਿਆ ਤਾਂ
ਮੈਂ ਆਪਣੇ ਆਪ ਨੂੰ ਦੇਖਦੀ ਹੀ ਰਹਿ ਗਈ ਸੀ। ਮੈਨੂੰ ਯਕੀਨ ਨਹੀਂ ਹੁੰਦਾ ਪਿਆ ਸੀ ਕਿ ਇਹ ਉਹੀ ਪ੍ਰੀਤੀ ਆ। ਮੈਨੂੰ ਇਹੀ ਲੱਗਦਾ ਸੀ ਕਿ ਕੋਈ ਵੀ ਮੈਨੂੰ ਦੇਖੂਗਾ ਤਾਂ ਉਹਨਾਂ ਨੂੰ ਯਕੀਨ ਨਹੀਂ ਹੋਣਾ ਕਿ ਮੈਂ ਪ੍ਰੀਤੀ ਹੀ ਹਾਂ। ਮੈਂ ਪਾਰਲਰ ਵਾਲੀ ਨੂੰ ਪੈਸੇ ਦਿੱਤੇ ਤੇ ਘਰ ਆ ਗਈ। ਘਰ ਆਈ ਤਾਂ ਮੈਂ ਦੇਖਿਆ ਕਿ ਸਾਹਮਣੇ ਮੇਰੀ ਚਾਚੀ ਬੈਠੀ ਸੀ ਤੇ ਉਹ ਮੰਮੀ ਨਾਲ ਗੱਲਾਂ ਕਰਦੀ ਪਈ ਸੀ। ਮੈਂ ਉਹਨਾਂ ਦੇ ਗਲੇ ਮਿਲੀ ਤੇ ਉਹਨਾਂ ਦੇ ਕੋਲ ਬੈਠ ਗਈ। ਉਹ ਮੈਨੂੰ ਦੇਖਦੀ ਹੀ ਰਹਿ ਗਈ ਸੀ ਤੇ ਕਹਿਣ ਲੱਗੀ ਕਿ ਕਿੰਨੀ ਵੱਡੀ ਹੋ ਗਈ ਆ ਤੇ ਕਿੰਨੀ ਸੋਹਣੀ ਵੀ। ਚਾਚੀ ਮੇਰੀਆਂ ਤਾਰੀਫਾਂ ਕਰਨ ਲੱਗ ਪਈ। ਚਾਚੀ ਨੇ ਮੈਨੂੰ ਆਪਣੇ ਕੋਲ ਬਿਠਾ ਲਿਆ। ਮੇਰੀ ਚਾਚੀ ਇਕੱਲੀ ਸੀ, ਉਹਨਾਂ ਦੇ ਨਾਲ ਕੋਈ ਵੀ ਨਹੀਂ ਸੀ। ਮੈਂ ਸੋਚਣ ਲੱਗੀ ਕਿ ਚਾਚੀ ਨੇ ਇਕੱਲੇ ਹੀ ਆਉਣਾ ਸੀ ਤਾਂ ਮੈਨੂੰ ਇੰਨਾ ਤਿਆਰ ਕਿਉਂ ਕਰਵਾਇਆ ਤੇ ਪੈਸੇ ਕਿਉਂ ਭੇਜੇ। ਮੈਂ ਚਾਚੀ ਦੇ ਨਾਲ ਗੱਲਾਂ ਕਰਨ ਲੱਗ ਗਈ। ਰਾਤ ਦੀ ਰੋਟੀ ਦਾ ਟਾਈਮ ਹੋ ਗਿਆ ਸੀ। ਮੰਮੀ ਨੇ ਕਿਹਾ ਕਿ ਪ੍ਰੀਤੀ ਆ ਜਾ, ਰੋਟੀ ਖਾ ਲਈਏ। ਮੰਮੀ ਕਹਿੰਦੀ ਕਿ ਪ੍ਰੀਤੀ ਆਪਣੀ ਚਾਚੀ ਨੂੰ ਰੋਟੀ ਫੜਾ, ਪਰ ਚਾਚੀ ਨੇ ਮੈਨੂੰ ਆਪਣੇ ਕੋਲ ਬਿਠਾ ਲਿਆ ਤੇ ਮੇਰੀ ਮੰਮੀ ਨੂੰ ਕਹਿਣ ਲੱਗੀ ਕਿ ਉਹ ਕਿੰਨੀ ਤਿਆਰ ਹੋਈ ਹੈ ਤੇ ਉਹਦਾ ਸੂਟ ਵੀ ਬਹੁਤ ਸੋਹਣਾ। ਇਹਦੇ ਤੋਂ ਕੋਈ ਕੰਮ ਨਾ ਕਰਵਾਇਆ ਕਰੋ, ਜੇ ਇਹ ਕੰਮ ਕਰੋਗੀ ਤਾਂ ਇਹਦਾ ਮੇਕਅਪ ਖਰਾਬ ਹੋ ਜਾਣਾ ਹੈ। ਮੈਂ ਤਾਂ ਪਹਿਲਾਂ ਤੋਂ ਹੀ ਕਮਜ਼ੋਰ ਸੀ, ਇਸ ਕਰਕੇ ਚਾਚੀ ਦੀ ਗੱਲ ਸੁਣ ਕੇ ਮੈਂ ਉਹਨਾਂ ਦੇ ਕੋਲ ਹੀ ਬੈਠ ਗਈ। ਮੇਰੀ ਮੰਮੀ ਨੇ ਮੈਨੂੰ ਰੋਟੀ ਫੜਾ ਦਿੱਤੀ। ਮੈਨੂੰ ਤਾਂ ਬਚਪਨ ਤੋਂ ਹੀ ਘਰ ਦੇ ਕੰਮ ਕਰਨ 'ਚ ਕੋਈ ਦਿਲਚਸਪੀ ਨਹੀਂ ਸੀ। ਸਾਰਾ ਕੰਮ ਮੇਰੀ ਮੰਮੀ ਹੀ ਕਰਦੀ ਸੀ। ਜੇ ਕਿਤੇ ਕੰਮ ਜ਼ਿਆਦਾ ਹੁੰਦਾ ਤਾਂ ਮੈਂ ਘਰ ਦਾ ਕੰਮ ਕਰ ਦਿੰਦੀ ਸੀ। ਉਹ ਵੀ 1 ਜਾਂ 2 ਹਫ਼ਤੇ ਬਾਅਦ। ਰੋਟੀ ਸਬਜ਼ੀ ਮੇਰੇ ਮੰਮੀ ਹੀ ਬਣਾ ਲੈਂਦੇ ਸੀ। ਅਸੀਂ 2 ਹੀ ਜਾਣੀਆਂ ਸੀ। ਸਾਡਾ ਕੋਈ ਵੀ ਜ਼ਿਆਦਾ ਖਰਚਾ ਨਹੀਂ ਸੀ। ਜੇ ਥੋੜਾ ਬਹੁਤਾ ਖਰਚਾ ਹੁੰਦਾ ਵੀ ਉਹ ਮੇਰੀ ਮੰਮੀ ਨੂੰ ਆਪਣਾ ਕੰਮ ਕਰਕੇ ਪੂਰਾ ਕਰ ਲੈਂਦੀ ਸੀ। ਮੇਰੀ ਮੰਮੀ ਕੱਪੜੇ ਸੀਨ ਦਾ ਕੰਮ ਕਰਦੇ ਸੀ। ਇਸ ਕੰਮ ਵਿੱਚ ਮੈਂ ਵੀ ਉਹਨਾਂ ਦੀ ਥੋੜੀ ਬਹੁਤੀ ਮਦਦ ਕਰ ਦਿੰਦੀ ਸੀ। ਇਦਾਂ ਹੀ ਕਰਦੇ ਕਰਦੇ ਸਾਰਾ ਦਿਨ ਲੰਘ ਜਾਂਦਾ ਸੀ। ਪੜ੍ਹਾਈ ਕਰਨਾ ਵੀ ਮੈਨੂੰ ਕੁਝ ਖਾਸ ਪਸੰਦ ਨਹੀਂ ਸੀ, ਪਰ ਮੰਮੀ ਬਿਮਾਰ ਸੀ, ਇਸ ਕਰਕੇ ਉਹਨਾਂ ਦੀ ਮਦਦ ਕਰ ਦਿੰਦੀ ਸੀ। ਮੈਂ ਜ਼ਿਆਦਾ ਪੜ੍ਹੀ ਲਿਖੀ ਵੀ ਨਹੀਂ ਸੀ ਕਿਉਂਕਿ ਸਾਡੇ ਘਰ ਦੇ ਹਾਲਾਤ ਬਹੁਤ ਖਰਾਬ ਸੀ। ਇਸ ਕਰਕੇ ਮੈਂ ਅੱਗੇ ਨਹੀਂ ਪੜ੍ਹ ਸਕੀ। ਮੈਨੂੰ ਪੜ੍ਹਾਈ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਕਿਉਂਕਿ ਮੈਂ ਪੜ੍ਹ ਲਿਖ ਕੇ ਕੁਝ ਬਣਨਾ ਚਾਹੁੰਦੀ ਸੀ। ਪਰ ਜਦੋਂ ਮੈਂ ਸਕੂਲ ਜਾਂਦੀ ਸੀ ਤਾਂ ਬੱਚੇ ਮੇਰਾ ਮਜ਼ਾਕ ਉਡਾਉਂਦੇ ਸੀ, ਮੈਨੂੰ ਗਰੀਬ ਕਹਿ ਕੇ ਛੇੜਦੇ ਸੀ। ਮੈਂ ਗਰੀਬ ਸੀ, ਇਸ ਕਰਕੇ ਕੋਈ ਵੀ ਮੇਰੇ ਨਾਲ ਦੋਸਤੀ ਕਰਨਾ ਪਸੰਦ ਨਹੀਂ ਕਰਦਾ ਸੀ। ਨਾ ਮੇਰੇ ਨਾਲ ਕੋਈ ਬੈਠਦਾ ਸੀ ਤੇ ਨਾ ਹੀ ਮੇਰੇ ਨਾਲ ਕੋਈ ਗੱਲ ਕਰਦਾ ਸੀ। ਇਸ ਕਰਕੇ ਮੇਰਾ ਪੜ੍ਹਾਈ ਤੋਂ ਵੀ ਮਨ ਅੱਕ ਗਿਆ ਸੀ। ਘਰ ਦਾ ਖਰਚਾ ਚਲਾਉਣ ਵਾਸਤੇ ਮੇਰੀ ਮੰਮੀ ਨੂੰ ਸਿਲਾਈ ਕਢਾਈ ਦਾ ਕੰਮ ਕਰਨਾ ਪਿਆ। ਜਦੋਂ ਅਸੀਂ ਇੱਥੇ ਨਵੇਂ ਆਏ ਸੀ ਤਾਂ ਸਾਡੇ ਗੁਆਂਢ ਦੇ ਵਿੱਚ ਇੱਕ ਵਿਆਹ ਸੀ। ਜਿਹੜੇ ਟੇਲਰ ਤੋਂ ਉਹਨਾਂ ਨੇ ਕੱਪੜੇ ਸੀਨ ਲਈ ਦਿੱਤੇ ਸੀ, ਉਹ ਟੇਲਰ ਦੇ ਘਰ ਕਿਸੇ ਦੀ ਮੌਤ ਹੋ ਗਈ ਸੀ, ਜਿਸ ਵਜ੍ਹਾ ਕਰਕੇ ਉਹਨਾਂ ਨੇ ਕੱਪੜੇ ਸੀਨ ਤੋਂ ਮਨਾ ਕਰ ਦਿੱਤਾ ਸੀ। ਜਦੋਂ ਉਹਨਾਂ ਨੂੰ ਇਹ ਗੱਲ ਪਤਾ ਲੱਗੀ ਕਿ ਮੇਰੀ ਮਾਂ ਸਿਲਾਈ ਕਢਾਈ ਕਰ ਲੈਂਦੀ ਹੈ, ਉਹ ਸਾਡੇ ਘਰ ਆ ਗਈ ਤੇ ਮੇਰੀ ਮਾਂ ਨੂੰ ਕੱਪੜੇ ਦੇ ਕੇ ਚਲੀ ਗਈ। ਮੰਮੀ ਕੋਲ ਵੀ ਕੋਈ ਕੰਮ ਨਹੀਂ ਸੀ, ਇਸ ਕਰਕੇ ਮੰਮੀ ਨੇ ਹਾਂ ਕਰ ਦਿੱਤੀ। ਮੇਰੇ ਪਾਪਾ ਦੀ ਮੌਤ ਤੋਂ ਬਾਅਦ ਮੇਰੇ ਤਾਏ ਨੇ ਸਾਨੂੰ ਘਰੋਂ ਕੱਢ ਦਿੱਤਾ ਸੀ। ਮੇਰੀ ਮੰਮੀ ਨੇ ਕਿਹਾ ਕਿ ਅਸੀਂ ਇਹ ਘਰ ਚੋਂ ਨਹੀਂ ਜਾਵਾਂਗੇ, ਇੱਥੇ ਸਾਡਾ ਹਿੱਸਾ ਹੈ। ਪਰ ਮੰਮੀ ਦੀ ਗੱਲ ਸੁਣ ਕੇ ਤਾਇਆ ਹੱਸਣ ਲੱਗਾ ਤੇ ਕਹਿਣ ਲੱਗਾ ਕਿ ਕਿਹੜਾ ਹਿੱਸਾ, ਉਹ ਤਾਂ ਖੁਦ ਆਪਣੀ ਮਰਜ਼ੀ ਨਾਲ ਮੇਰੇ ਨਾਮ ਕਰ ਦਿੱਤਾ ਆ। ਇਹ ਸੁਣ ਕੇ ਮੇਰੀ ਮਾਂ ਬਹੁਤ ਹੈਰਾਨ ਨਾਲ ਉਹਨਾਂ ਵੱਲ ਵੇਖਣ ਲੱਗੀ ਤੇ ਕਹਿਣ ਲੱਗੀ ਮੈਂ ਕੁਝ ਨਹੀਂ ਕੀਤਾ। ਫਿਰ ਮੇਰੇ ਤਾਏ ਨੇ ਬੜੀ ਚਲਾਕੀ ਨਾਲ ਸਾਰੀ ਜ਼ਮੀਨ ਜਾਇਦਾਦ ਤੇ ਕਾਗਜ਼ ਮੇਰੀ ਮਾਂ ਨੂੰ ਦਿਖਾ ਦਿੱਤੇ ਤੇ ਕਹਿਣ ਲੱਗਾ ਆ ਦੇਖ, ਤੂੰ ਖੁਦ ਸਾਰੀ ਜ਼ਮੀਨ ਜਾਇਦਾਦ ਮੇਰੇ ਨਾਮ ਕੀਤੀ ਹੈ। ਆ ਦੇਖ, ਤੇਰਾ ਹੀ ਅੰਗੂਠਾ ਲਾਇਆ ਵਾ। ਤੁਹਾਡੇ ਲਈ ਇਹ ਚੰਗਾ ਹੋਵੇਗਾ ਕਿ ਤੁਸੀਂ ਇਹ ਘਰ ਛੱਡ ਕੇ ਹਮੇਸ਼ਾ ਲਈ ਚਲੀਆਂ ਜਾਵੋ। ਜੇ ਤੁਸੀਂ ਇੱਥੋਂ ਨਹੀਂ ਗਈਆਂ ਤਾਂ ਮੈਂ ਤੁਹਾਨੂੰ ਧੱਕੇ ਮਾਰ ਕੇ ਬਾਹਰ ਕੱਢ ਦੇਣਾ ਹੈ। ਇਸ ਬਾਰੇ ਮੇਰੀ ਮੰਮੀ ਨੇ ਭੂਆ ਦੇ ਨਾਲ ਤੇ ਮੇਰੇ ਚਾਚੇ ਦੇ ਨਾਲ ਗੱਲ ਕੀਤੀ, ਪਰ ਕਿਸੇ ਨੇ ਵੀ ਮੇਰੀ ਮੰਮੀ ਦਾ ਸਾਥ ਨਹੀਂ ਦਿੱਤਾ। ਮੇਰੇ ਨਾਨਕੇ ਪਿੰਡ ਵਾਲਿਆਂ ਨੇ ਵੀ ਮੇਰੀ ਮਾਂ ਦਾ ਸਾਥ ਨਹੀਂ ਦਿੱਤਾ ਕਿਉਂਕਿ ਮੇਰੀ ਮੰਮੀ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਸੀ। ਪਾਪਾ ਨਾਲ ਵਿਆਹ ਕਰਾਉਣ ਤੋਂ ਬਾਅਦ ਮੇਰੇ ਨਾਨਕੇ ਨੇ ਮੇਰੇ ਮੰਮੀ ਨਾਲ ਸਾਰੇ ਰਿਸ਼ਤੇ ਨਾਤੇ ਤੋੜ ਲਏ ਸੀ। ਸਾਰਿਆਂ ਨੇ ਮੂੰਹ ਮੋੜ ਲਿਆ ਸੀ। ਉਸ ਤੋਂ ਬਾਅਦ ਅਸੀਂ ਦੂਸਰੇ ਸ਼ਹਿਰ ਆ ਗਏ। ਇੱਥੇ ਮੇਰੇ ਪਾਪਾ ਦਾ ਇੱਕ ਘਰ ਸੀ ਜੋ ਮੇਰੀ ਮੰਮੀ ਦੇ ਨਾਮ ਸੀ। ਇਹਦੇ ਬਾਰੇ ਕਿਸੇ ਨੂੰ ਵੀ ਨਹੀਂ ਪਤਾ ਸੀ। ਸ਼ਾਇਦ ਜੇ ਪਤਾ ਹੁੰਦਾ ਤਾਂ ਮੇਰੇ ਤਾਏ ਨੇ ਵੀ ਧੋਖੇ ਨਾਲ ਆਪਣੇ ਨਾਮ ਕਰਵਾ ਲੈਣਾ ਸੀ।
2-3 ਦਿਨ ਤਾਂ ਸਾਡਾ ਗੁਜ਼ਾਰਾ ਹੋ ਗਿਆ, ਪਰ ਹੁਣ ਸਾਡੇ ਖਾਣ ਪੀਣ ਲਈ ਕੁਝ ਵੀ ਨਹੀਂ ਬਚਿਆ ਸੀ। ਮੇਰੀ ਮਾਂ ਕੰਮ ਦੀ ਤਲਾਸ਼ ਵਿੱਚ ਘੁੰਮਦੀ ਪਈ ਸੀ, ਪਰ ਕੰਮ ਨਹੀਂ ਮਿਲਦਾ ਪਿਆ ਸੀ। ਇਦਾਂ ਹੀ ਰੋਜ਼ ਮੰਮੀ ਕੰਮ ਲੱਭਣ ਲਈ ਜਾਂਦੀ ਸੀ, ਪਰ ਥੱਕ ਹਾਰ ਕੇ ਘਰ ਆ ਜਾਂਦੀ ਸੀ। ਕੰਮ ਨਹੀਂ ਮਿਲਦਾ ਸੀ, ਪਰ ਇੱਕ ਦਿਨ ਮੰਮੀ ਨੂੰ ਕੰਮ ਮਿਲ ਗਿਆ। ਮੰਮੀ ਨੇ ਕਿਹਾ ਕਿ ਮੈਨੂੰ ਘਰ ਵਿੱਚ ਸਾਫ਼ ਸਫਾਈ ਦਾ ਕੰਮ ਮਿਲਿਆ ਵਾ। ਉਹਨਾਂ ਦੀ ਹਾਲਤ ਦੇਖ ਕੇ ਮੈਨੂੰ ਬਹੁਤ ਰੋਣਾ ਆਉਂਦਾ ਪਿਆ ਸੀ, ਕਿਉਂਕਿ ਮੈਂ ਆਪਣੇ ਘਰ ਨੌਕਰਾਂ ਨੂੰ ਕੰਮ ਕਰਦੇ ਹੋਏ ਦੇਖਿਆ ਸੀ। ਮੇਰੇ ਪਾਪਾ ਕਮਾਉਂਦੇ ਸੀ, ਇਸ ਕਰਕੇ ਸਾਨੂੰ ਕਦੇ ਵੀ ਕਿਸੇ ਚੀਜ਼ ਦੀ ਕਮੀ ਨਹੀਂ ਆਈ ਸੀ। ਇਸ ਗੱਲ ਦਾ ਦੁੱਖ ਹੁੰਦਾ ਪਿਆ ਸੀ ਕਿ ਮੇਰੀ ਮੰਮੀ ਨੂੰ ਲੋਕਾਂ ਦੇ ਘਰ ਕੰਮ ਕਰਨ ਨੂੰ ਮਿਲਿਆ, ਪਰ ਹੁਣ ਕੋਈ ਸਹਾਰਾ ਵੀ ਨਹੀਂ ਸੀ ਜਿਹਦੇ ਸਹਾਰੇ ਅਸੀਂ ਆਪਣੀ ਜ਼ਿੰਦਗੀ ਕੱਟ ਸਕੀਏ। ਮੇਰੇ ਤੋਂ ਉਹਨਾਂ ਦੀ ਹਾਲਤ ਦੇਖੀ ਨਹੀਂ ਜਾਂਦੀ ਸੀ। ਮੈਂ ਉਹਨਾਂ ਨੂੰ ਇਹ ਕੰਮ ਕਰਨ ਤੋਂ ਮਨਾ ਕਰ ਦਿੱਤਾ। ਮੰਮੀ ਨੇ ਕਿਹਾ ਕਿ ਮੈਂ 1-2 ਦਿਨ ਕੰਮ ਕਰ ਲਵਾਂਗੀ ਤੇ ਫਿਰ ਕੋਈ ਹੋਰ ਕੰਮ ਲੱਭ ਲਵਾਂਗੀ। ਅਗਲੇ ਦਿਨ ਜਦੋਂ ਉਹ ਕੰਮ ਤੇ ਚੱਲੇ ਸੀ ਤਾਂ ਮੈਂ ਉਹਨਾਂ ਨੂੰ ਰੋਕਿਆ। ਮੈਂ ਜਿੱਦ ਕੀਤੀ ਕਿ ਤੁਸੀਂ ਇਹ ਕੰਮ ਨਹੀਂ ਕਰੋਗੇ। ਸ਼ਾਇਦ ਰੱਬ ਨੇ ਸਾਡੀ ਸੁਣ ਲਈ ਸੀ। ਉਸੇ ਦਿਨ ਸਾਡੀ ਗੁਆਂਢਣ ਮੇਰੀ ਮੰਮੀ ਕੋਲ ਕੱਪੜੇ ਸਵਾਉਣ ਆ ਗਈ। ਮੇਰੀ ਮੰਮੀ ਨੇ ਘਰ ਦੇ ਹਾਲਾਤ ਦੇਖ ਕੇ ਕੱਪੜੇ ਸੀ ਦਿੱਤੇ। ਉਸ ਤੋਂ ਬਾਅਦ ਆਂਟੀ ਨੇ ਸਿਲਾਈ ਦੇ ਪੈਸੇ ਮੇਰੀ ਮੰਮੀ ਦੇ ਹੱਥ ਵਿੱਚ ਰੱਖ ਦਿੱਤੇ। ਉਹਨਾਂ ਪੈਸਿਆਂ ਨਾਲ ਮੰਮੀ ਘਰ ਵਿੱਚ ਕੁਝ ਖਾਣ ਪੀਣ ਦਾ ਸਮਾਨ ਲੈ ਕੇ ਆਈ। ਮੰਮੀ ਕਹਿੰਦੇ ਕਿ ਬੇਟਾ, ਉਹ ਸਾਡਾ ਕੋਈ ਵੀ ਸਹਾਰਾ ਨਹੀਂ ਆ, ਇਸ ਕਰਕੇ ਮੈਨੂੰ ਖੁਦ ਹੀ ਕਮਾਉਣਾ ਪੈਣਾ। ਜੇ ਤੂੰ ਹਮੇਸ਼ਾ ਹੀ ਇਦਾਂ ਕਰੂੰਗੀ, ਮੈਨੂੰ ਬਾਹਰ ਜਾਣ ਤੋਂ ਰੋਕੇਂਗੀ, ਤਾਂ ਆਪਣੇ ਘਰ ਦਾ ਖਰਚਾ ਕਿਵੇਂ ਚੱਲੂਗਾ। ਜਿਹੜੀ ਗੁਆਂਢਣ ਮੇਰੀ ਮੰਮੀ ਤੋਂ ਕੱਪੜੇ ਸਵਾ ਕੇ ਗਈ ਸੀ, ਇੱਕ ਦਿਨ ਉਹ ਸਾਡੇ ਘਰ ਆਈ ਤੇ ਮੰਮੀ ਨੂੰ ਕਹਿਣ ਲੱਗੀ ਕਿ ਜਿਹੜੇ ਤੁਸੀਂ ਸਾਡੇ ਕੱਪੜੇ ਸੀਤੇ ਸੀ, ਉਹ ਸਾਨੂੰ ਬਹੁਤ ਪਸੰਦ ਆਏ ਆ। ਇਸ ਕਰਕੇ ਮੈਂ ਚਾਹੁੰਦੀ ਹਾਂ ਕਿ ਤੁਸੀਂ ਸਾਡੇ ਕੱਪੜੇ ਸੀਆ ਕਰੋ। ਮੰਮੀ ਨੂੰ ਵੀ ਉਹਨਾਂ ਦੀ ਗੱਲ ਠੀਕ ਲੱਗੀ। ਉਹ ਸੋਚਣ ਲੱਗੇ, ਘਰ ਬੈਠੇ ਕੰਮ ਮਿਲਦਾ ਤਾਂ ਫਿਰ ਕਿਉਂ ਨਾ ਮੈਂ ਘਰ ਹੀ ਕੰਮ ਕਰ ਲਵਾਂ। ਇਸ ਕਰਕੇ ਮੈਂ ਵੀ ਘਰ ਰਹੂੰਗੀ ਤੇ ਆਪਣੀ ਕੁੜੀ ਦਾ ਧਿਆਨ ਰੱਖੂੰਗੀ। ਆਂਟੀ ਦੀ ਗੱਲ ਸੁਣ ਕੇ ਮੈਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਹੋਈ, ਕਿਉਂਕਿ ਮੈਂ ਤਾਂ ਪਹਿਲਾਂ ਤੋਂ ਹੀ ਨਹੀਂ ਚਾਹੁੰਦੀ ਸੀ ਕਿ ਮੇਰੀ ਮੰਮੀ ਕਿਸੇ ਦੇ ਘਰ ਕੰਮ ਕਰੇ। ਹੌਲੀ-ਹੌਲੀ ਪਿੰਡ ਦੇ ਸਾਰੇ ਲੋਕ ਮੇਰੀ ਮੰਮੀ ਤੋਂ ਕੱਪੜੇ ਸਵਾਉਣ ਲੱਗ ਪਏ, ਕਿਉਂਕਿ ਮੇਰੀ ਮਾਂ ਸਿਲਾਈ ਕਢਾਈ ਬਹੁਤ ਵਧੀਆ ਕਰ ਲੈਂਦੀ ਸੀ। ਮੰਮੀ ਦੀ ਵਧੀਆ ਕਮਾਈ ਵੀ ਹੋ ਜਾਂਦੀ ਸੀ ਤੇ ਸਾਡੇ ਘਰ ਦਾ ਖਰਚਾ ਵੀ ਚੱਲ ਜਾਂਦਾ ਸੀ। ਉਸ ਤੋਂ ਬਾਅਦ ਮੇਰੀ ਮੰਮੀ ਨੇ ਮੇਰੀ ਐਡਮਿਸ਼ਨ ਸਕੂਲ ਵਿੱਚ ਕਰਾ ਦਿੱਤੀ। ਮੈਂ ਰੋਜ਼ ਸਕੂਲ ਜਾਂਦੀ ਸੀ ਤੇ ਮੇਰੀ ਮੰਮੀ ਘਰ ਵਿੱਚ ਕੱਪੜੇ ਸੀਂਦੀ ਸੀ। ਸਕੂਲ ਦੇ ਸਾਰੇ ਬੱਚੇ ਆਪਣੇ ਲਈ ਬਹੁਤ ਚੰਗਾ ਖਾਣਾ ਲੈ ਕੇ ਆਉਂਦੇ ਸੀ, ਪਰ ਮੇਰੇ ਕੋਲ ਨਾ ਪੈਸੇ ਸੀ ਤੇ ਨਾ ਹੀ ਕੁਝ ਖਾਣ ਲਈ। ਇਹ ਸਭ ਦੇਖ ਕੇ ਸਾਰੇ ਬੱਚੇ ਮੇਰਾ ਬਹੁਤ ਮਜ਼ਾਕ ਉਡਾਉਂਦੇ ਸੀ, ਜਿਹਦੀ ਵਜ੍ਹਾ ਕਰਕੇ ਮੇਰਾ ਸਕੂਲ ਵਿੱਚ ਜਾਣ ਨੂੰ ਦਿਲ ਨਹੀਂ ਕਰਦਾ ਸੀ। ਉਸ ਤੋਂ ਬਾਅਦ ਮੈਂ ਸਕੂਲ ਛੱਡ ਦਿੱਤਾ ਤੇ ਆਪਣੀ ਮੰਮੀ ਦੇ ਨਾਲ ਘਰ ਹੀ ਰਹਿਣ ਲੱਗ ਪਈ। ਉਸ ਤੋਂ ਬਾਅਦ ਮੇਰੀ ਚਾਚੀ ਨੇ ਘਰੇ ਆਉਣਾ ਜਾਣਾ ਸ਼ੁਰੂ ਕਰ ਦਿੱਤਾ, ਜੋ ਕਿ ਬਹੁਤ ਹੈਰਾਨੀ ਵਾਲੀ ਗੱਲ ਸੀ, ਕਿਉਂਕਿ ਮੇਰੀ ਮੰਮੀ ਨੂੰ ਤਾਂ ਬਿਲਕੁਲ ਉਮੀਦ ਨਹੀਂ ਸੀ ਕਿ ਉਹਦੇ ਸਹੁਰੇ ਪਰਿਵਾਰ ਵੱਲੋਂ ਉਹਨਾਂ ਨੂੰ ਕੋਈ ਦੇਖਣ ਵੀ ਆਊਗਾ। ਪਰ ਹੁਣ ਚਾਚੀ ਘਰ ਆ ਗਈ। ਰੋਟੀ ਖਾਣ ਤੋਂ ਬਾਅਦ ਮੰਮੀ ਨੇ ਚਾਚੀ ਨੂੰ ਦੂਸਰੇ ਕਮਰੇ ਵਿੱਚ ਸੌਣ ਲਈ ਭੇਜ ਦਿੱਤਾ। ਮੈਂ ਤਾਂ ਚਾਚੀ ਦੇ ਕੋਲ ਹੀ ਬੈਠੀ ਰਹੀ ਸੀ। ਰਾਤ ਨੂੰ ਜਦੋਂ ਸੌਣ ਦਾ ਟਾਈਮ ਹੋਇਆ, ਮੰਮੀ ਕਮਰੇ ਵਿੱਚ ਆਈ। ਮੈਨੂੰ ਕਹਿਣ ਲੱਗੀ ਕਿ ਪ੍ਰੀਤੀ, ਤੇਰਾ ਬਿਸਤਰ ਮੈਂ ਦੂਸਰੇ ਕਮਰੇ ਵਿੱਚ ਕਰ ਦਿੱਤਾ, ਤੂੰ ਜਾ ਕੇ ਸੋ ਜਾ। ਇਹ ਸੁਣਦਿਆਂ ਹੀ ਚਾਚੀ ਕਹਿਣ ਲੱਗੀ ਕਿ ਪ੍ਰੀਤੀ ਦਾ ਬਿਸਤਰ ਅੱਜ ਮੇਰੇ ਨਾਲ ਹੀ ਕਰ ਦੇ। ਅੱਜ ਮੈਂ ਉਹਦੇ ਨਾਲ ਹੀ ਸੌਂਗੀ ਤੇ ਉਹਦੇ ਨਾਲ ਬਹੁਤ ਸਾਰੀਆਂ ਗੱਲਾਂ ਕਰੂੰਗੀ। ਇਸ ਕਰਕੇ ਅੱਜ ਮੈਂ ਖੁਦ ਹੀ ਆਪਣੀ ਚਾਚੀ ਦੇ ਨਾਲ ਸੋ ਗਈ ਸੀ। ਚਾਚੀ ਮੇਰੇ ਨਾਲ ਕਾਫੀ ਟਾਈਮ ਗੱਲਾਂ ਕਰਦੀ ਰਹੀ। ਅਚਾਨਕ ਮੇਰੀ ਚਾਚੀ ਉੱਠੀ ਤੇ ਉਹਨੇ ਆਪਣਾ ਬੈਗ ਖੋਲ੍ਹਿਆ। ਉਹਨਾਂ ਨੇ ਆਪਣੇ ਬੈਗ 'ਚੋਂ ਜੂਸ ਦੀ ਬੋਤਲ ਕੱਢੀ ਤੇ ਮੇਰੇ ਹੱਥ ਵਿੱਚ ਫੜਾ ਦਿੱਤੀ। ਮੈਂ ਬਹੁਤ ਖੁਸ਼ੀ ਬੋਤਲ ਫੜ ਲਈ। ਮੈਂ ਚਾਚੀ ਨੂੰ ਕਿਹਾ ਕਿ ਚਾਚੀ, ਤੁਸੀਂ ਵੀ ਪੀ ਲਓ। ਚਾਚੀ ਨੇ ਮਨਾ ਕਰ ਦਿੱਤਾ। ਉਹ ਜੂਸ ਦੀ ਬੋਤਲ ਪੀਣ ਤੋਂ ਬਾਅਦ ਮੈਨੂੰ ਇੱਕਦਮ ਨੀਂਦ ਆ ਗਈ। ਸਵੇਰੇ ਉੱਠ ਕੇ ਮੇਰੀ ਚਾਚੀ ਨੇ ਰੋਟੀ ਖਾਧੀ ਤੇ ਕਹਿਣ ਲੱਗੀ ਕਿ ਹੁਣ ਮੈਂ ਚੱਲਦੀ ਹਾਂ। ਮੈਂ ਤੇ ਮੰਮੀ ਨੇ ਉਹਨਾਂ ਨੂੰ ਬਹੁਤ ਰੋਕਿਆ, ਪਰ ਉਹ ਨਹੀਂ ਰੁਕੀ ਤੇ ਚਲੀ ਗਈ। ਚਾਚੀ ਦੇ ਜਾਣ ਤੋਂ ਬਾਅਦ ਮੰਮੀ ਮੈਨੂੰ ਕਹਿਣ ਲੱਗੇ ਕਿ ਤੇਰੀ ਚਾਚੀ ਨੇ ਤਾਂ ਕੋਈ ਵੀ ਰਿਸ਼ਤੇ ਦੀ ਗੱਲ ਨਹੀਂ ਕੀਤੀ। ਮੈਂ ਮੰਮੀ ਨੂੰ ਕਿਹਾ ਕਿ ਮੰਮੀ, ਕੋਈ ਗੱਲ ਨਹੀਂ, ਕੀ ਪਤਾ ਅਗਲੀ ਵਾਰ ਗੱਲ ਕਰ ਲੈਣ। ਤੁਸੀਂ ਫਿਕਰ ਨਾ ਕਰੋ, ਕੋਈ ਗੱਲ ਨਹੀਂ, ਅਗਲੀ ਵਾਰ ਜ਼ਰੂਰ ਉਹ ਕੋਈ ਨਾ ਕੋਈ ਰਿਸ਼ਤੇ ਦੀ ਗੱਲ ਕਰਨਗੇ। ਇੱਕ ਦਿਨ ਫਿਰ ਚਾਚੀ ਆ ਗਈ। ਚਾਚੀ ਬਹੁਤ ਸਾਰੇ ਗਿਫਟ ਲੈ ਕੇ ਆਈ ਸੀ। ਉਹਨਾਂ ਦੇ ਜਾਣ ਤੋਂ ਬਾਅਦ ਮੈਂ ਉਹ ਦੇਖਣ ਲੱਗ ਪਈ। ਚਾਚੀ ਮੇਰੇ ਲਈ ਬਹੁਤ ਸਾਰਾ ਸਮਾਨ ਲੈ ਕੇ ਆਈ ਸੀ। ਹੁਣ ਮੈਨੂੰ ਉਹਨਾਂ ਦੇ ਦੁਬਾਰਾ ਆਉਣ ਦਾ ਇੰਤਜ਼ਾਰ ਸੀ। ਮੇਰਾ ਇੰਤਜ਼ਾਰ ਜਲਦੀ ਹੀ ਖਤਮ ਹੋ ਗਿਆ।
2 ਹਫ਼ਤਿਆਂ ਬਾਅਦ ਉਹ ਫਿਰ ਸਾਡੇ ਘਰ ਆਈ। ਸਾਡੇ ਘਰ ਆਉਣ ਤੋਂ ਪਹਿਲਾਂ ਹੀ ਉਹਨਾਂ ਨੇ ਪੈਸੇ ਭੇਜ ਦਿੱਤੇ ਸੀ ਕਿ ਪ੍ਰੀਤੀ ਨੂੰ ਕਿਸੇ ਵਧੀਆ ਪਾਰਲਰ 'ਚੋਂ ਤਿਆਰ ਕਰਵਾ ਦਿਓ ਤੇ ਵਧੀਆ ਕੱਪੜੇ ਪਵਾ ਦਿਓ। ਮੇਰੀ ਮਾਂ ਨੇ ਇਸ ਤਰ੍ਹਾਂ ਹੀ ਕੀਤਾ। ਇਸ ਵਾਰ ਮਾਂ ਨੂੰ ਯਕੀਨ ਸੀ ਮੇਰੇ ਲਈ ਕੋਈ ਵਧੀਆ ਰਿਸ਼ਤਾ ਜ਼ਰੂਰ ਆਊਗਾ। ਮੰਮੀ ਤੋਂ ਪੈਸੇ ਲੈ ਕੇ ਮੈਂ ਪਾਰਲਰ ਚਲੀ ਗਈ। ਜਦੋਂ ਮੈਂ ਤਿਆਰ ਹੋ ਕੇ ਘਰ ਆਈ ਤਾਂ ਮੈਂ ਦੇਖਿਆ ਕਿ ਚਾਚੀ ਘਰ ਬੈਠੀ ਆ, ਪਰ ਇਸ ਵਾਰ ਫਿਰ ਮੈਂ ਦੇਖਿਆ ਕਿ ਮੇਰੀ ਚਾਚੀ ਇਕੱਲੀ ਹੀ ਆਈ ਸੀ। ਫਿਰ ਮੈਂ ਸੋਚਾਂ ਵਿੱਚ ਪੈ ਗਈ, ਕੀ ਪਤਾ ਚਾਚੀ ਪਹਿਲਾਂ ਆ ਗਈ ਹੋਵੇ ਤੇ ਹੋਰ ਕਿਸੇ ਨੇ ਬਾਅਦ 'ਚ ਆਉਣਾ ਹੋਵੇ। ਮੈਂ ਗੱਲਾਂ ਵਿੱਚ ਹੀ ਚਾਚੀ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ, ਪਰ ਚਾਚੀ ਨੇ ਦੱਸਿਆ ਕਿ ਮੈਂ ਇਕੱਲੀ ਹੀ ਆਈ ਹਾਂ। ਚਾਚੀ ਦੀ ਇਹ ਗੱਲ ਸੁਣ ਕੇ ਮੇਰੀ ਮੰਮੀ ਤੇ ਮੈਂ ਦੋਨੋਂ ਹੈਰਾਨ ਹੋ ਗਈਆਂ ਸੀ। ਆਖਿਰ ਇਹ ਸਭ ਕੀ ਹੁੰਦਾ ਪਿਆ ਹੈ। ਇਸ ਵਾਰ ਵੀ ਮੇਰੀ ਚਾਚੀ ਨੇ ਮੈਨੂੰ ਆਪਣੇ ਨਾਲ ਹੀ ਸੌਣ ਲਈ ਕਿਹਾ ਤੇ ਉੱਦਾਂ ਹੀ ਕੀਤਾ ਜਿਸ ਤਰ੍ਹਾਂ ਚਾਚੀ ਹਰੇਕ ਵਾਰ ਕਰਦੀ ਸੀ। ਉਹਨਾਂ ਨੇ ਜੂਸ ਵਾਲੀ ਬੋਤਲ ਮੈਨੂੰ ਕੱਢ ਕੇ ਫੜਾ ਦਿੱਤੀ, ਜਿਸ ਤਰ੍ਹਾਂ ਉਹਨਾਂ ਨੇ ਪਹਿਲਾਂ ਮੇਰੇ ਨਾਲ ਕੀਤਾ ਸੀ। ਇਸ ਤਰ੍ਹਾਂ ਹੀ ਸਵੇਰੇ ਉੱਠੇ ਤੇ ਮੇਰੀ ਚਾਚੀ ਵਾਪਸ ਜਾਣ ਦਾ ਕਹਿੰਦੀ ਪਈ ਸੀ। ਅਸੀਂ ਉਹਨਾਂ ਨੂੰ ਰੋਕਿਆ ਪਰ ਉਹ ਨਹੀਂ ਰੁਕੀ ਤੇ ਚਲੀ ਗਈ। ਮੈਨੂੰ ਯਕੀਨ ਸੀ ਕਿ ਮੇਰੀ ਚਾਚੀ ਜ਼ਰੂਰ ਆਊਗੀ। ਹੁਣ ਤਾਂ ਇਸੇ ਤਰ੍ਹਾਂ ਹੀ ਹੋਣ ਲੱਗ ਪਿਆ ਸੀ ਕਿ 2 ਹਫ਼ਤੇ ਬਾਅਦ ਉਹ ਸਾਡੇ ਘਰ ਆ ਜਾਂਦੀ। ਆਉਣ ਤੋਂ ਪਹਿਲਾਂ ਉਹ ਮੈਨੂੰ ਤਿਆਰ ਕਰਵਾਉਣਾ ਨਹੀਂ ਭੁੱਲਦੀ ਸੀ। ਮੈਨੂੰ ਵੀ ਬਹੁਤ ਵਧੀਆ ਲੱਗਦਾ ਸੀ ਨਵੇਂ ਕੱਪੜੇ ਪਾਉਣਾ, ਪਾਰਲਰ 'ਚੋਂ ਤਿਆਰ ਹੋਣਾ। ਹੁਣ ਤਾਂ ਹਰੇਕ ਵਾਰੀ ਇਹੀ ਹੋਣ ਲੱਗ ਪਿਆ ਸੀ। ਚਾਚੀ ਆਉਣ ਤੋਂ ਪਹਿਲਾਂ ਮੇਰਾ ਮੇਕਅਪ ਕਰਵਾ ਦਿੰਦੀ ਸੀ ਤੇ ਵਧੀਆ ਸੂਟ ਪਵਾ ਦਿੰਦੀ ਸੀ। ਹਮੇਸ਼ਾ ਰਾਤ ਨੂੰ ਮੈਨੂੰ ਆਪਣੇ ਨਾਲ ਸੌਂਦੀ ਸੀ। ਹਰੇਕ ਵਾਰ ਉਹ ਮੈਨੂੰ ਬੋਤਲ ਫੜਾਉਂਦੀ ਸੀ। ਸਵੇਰ ਹੁੰਦਿਆਂ ਹੀ ਉਹ ਚਲੀ ਜਾਂਦੀ ਸੀ। ਹੁਣ ਤਾਂ ਕੋਈ ਉਮੀਦ ਵੀ ਨਹੀਂ ਸੀ ਕਿ ਉਹ ਮੇਰੇ ਲਈ ਕੋਈ ਰਿਸ਼ਤਾ ਲੈ ਕੇ ਆਊਗੀ। ਪਰ ਇਸ ਵਾਰ ਮੈਂ ਪਾਰਲਰ 'ਚ ਤਿਆਰ ਹੋਣ ਗਈ। ਪਾਰਲਰ ਵਾਲੀ ਮੈਨੂੰ ਦੇਖ ਕੇ ਬਹੁਤ ਅਜੀਬ ਜਿਹਾ ਮੂੰਹ ਬਣਾ ਲਿਆ ਤੇ ਕਹਿਣ ਲੱਗੀ, ਤੂੰ ਇਹ ਕੰਮ ਛੱਡ ਕਿਉਂ ਨਹੀਂ ਦਿੰਦੀ? ਤੈਨੂੰ ਇਹ ਗਲਤ ਕੰਮ ਕਰਕੇ ਕੀ ਮਿਲਦਾ ਹੈ? ਮੈਂ ਬਹੁਤ ਹੈਰਾਨੀ ਨਾਲ ਉਹਦੇ ਵੱਲ ਵੇਖਿਆ ਤੇ ਪੁੱਛਣ ਲੱਗੀ ਕਿ ਕਿਹੜਾ ਗਲਤ ਕੰਮ? ਤੂੰ ਕਿਹੜੇ ਗਲਤ ਕੰਮ ਬਾਰੇ ਮੈਨੂੰ ਕਹਿੰਦੀ ਪਈ ਆ? ਉਹ ਮੈਨੂੰ ਕਹਿਣ ਲੱਗੀ ਕਿ ਅਜੇ ਤਾਂ ਤੇਰੇ ਕੋਲ ਟਾਈਮ ਹੈਗਾ ਵਾ, ਤੂੰ ਇਹ ਕੰਮ ਛੱਡ ਦੇ, ਨਹੀਂ ਤਾਂ ਕਿਸੇ ਵਧੀਆ ਘਰ ਤੇਰਾ ਵਿਆਹ ਨਹੀਂ ਹੋ ਸਕਦਾ। ਮੈਂ ਉਹਨੂੰ ਕਿਹਾ ਕਿ ਮੈਨੂੰ ਕੁਝ ਵੀ ਸਮਝ ਨਹੀਂ ਆਉਂਦਾ ਪਿਆ, ਖੁੱਲ੍ਹ ਕੇ ਦੱਸ। ਪਰ ਉਸਨੇ ਮੈਨੂੰ ਕੋਈ ਜਵਾਬ ਨਹੀਂ ਦਿੱਤਾ। ਮੈਂ ਮੇਕਅਪ ਤਾਂ ਕਰਵਾ ਲਿਆ ਸੀ, ਪਰ ਮੈਨੂੰ ਬਹੁਤ ਹੈਰਾਨੀ ਵੀ ਹੁੰਦੀ ਪਈ ਸੀ। ਮੇਰੇ ਚਿਹਰੇ ਦੇ ਰੰਗ ਉੱਡ ਗਏ ਸੀ। ਮੈਂ ਪਾਰਲਰ ਵਾਲੀ ਬਾਰੇ ਸੋਚ ਕੇ ਹੈਰਾਨ ਸੀ ਕਿ ਆਖਰ ਉਹ ਕੀ ਕਹਿਣਾ ਚਾਹੁੰਦੀ ਆ, ਕਿਉਂਕਿ ਮੈਂ ਤਾਂ ਕਿਸੇ ਨਾਲ ਕੁਝ ਵੀ ਨਹੀਂ ਕੀਤਾ ਸੀ। ਫਿਰ ਉਹ ਕਿਸ ਬਾਰੇ ਗੱਲ ਕਰਦੀ ਪਈ ਸੀ। ਇਹ ਸੋਚਦੀ ਮੈਂ ਘਰ ਆ ਗਈ। ਘਰ ਪਹੁੰਚੀ ਤਾਂ ਦੇਖਿਆ ਕਿ ਚਾਚੀ ਘਰ ਨਹੀਂ ਆਈ ਹੋਈ ਸੀ। ਹੁਣ ਮੈਂ ਚਾਚੀ ਦੇ ਬਾਰੇ ਸੋਚਣ ਲੱਗੀ ਕਿ ਉਹ ਵਾਰ-ਵਾਰ ਸਾਡੇ ਘਰ ਕਿਉਂ ਆਉਂਦੀ ਆ, ਕਿਉਂਕਿ ਉਹ ਹਰੇਕ ਵਾਰ ਹੀ ਇੱਕ ਹੀ ਕੰਮ ਕਰਦੀ ਆ। ਮੈਨੂੰ ਹੁਣ ਸ਼ੱਕ ਹੋਣ ਲੱਗ ਪਿਆ ਸੀ ਕਿ ਕਿਤੇ ਮੇਰੀ ਚਾਚੀ ਮੇਰੇ ਨਾਲ ਕੁਝ ਗਲਤ ਤਾਂ ਨਹੀਂ ਕਰਦੀ ਪਈ। ਅਚਾਨਕ ਮੇਰੇ ਦਿਮਾਗ ਦੇ ਵਿੱਚ ਇੱਕ ਆਈਡੀਆ ਆਇਆ। ਘਰ ਆਈ ਤਾਂ ਮੈਂ ਆਪਣੀ ਮੰਮੀ ਨੂੰ ਸਭ ਕੁਝ ਸੱਚ ਦੱਸ ਦਿੱਤਾ। ਮੰਮੀ ਨੇ ਮੇਰੀ ਗੱਲ ਨੂੰ ਸਮਝਿਆ ਤੇ ਮੈਨੂੰ ਕਿਹਾ ਕਿ ਜੇ ਪਾਰਲਰ ਵਾਲੀ ਨੇ ਤੈਨੂੰ ਕੁਝ ਇਦਾਂ ਦਾ ਕਿਹਾ ਆ ਤਾਂ ਇਹਦੇ ਪਿੱਛੇ ਜ਼ਰੂਰ ਕੋਈ ਵਜ੍ਹਾ ਹੋਣੀ ਆ। ਮੈਂ ਆਪਣੀ ਸਹੇਲੀ ਦੇ ਘਰ ਗਈ। ਮੈਂ ਉਹਦੇ ਤੋਂ ਇੱਕ ਦਿਨ ਵਾਸਤੇ ਉਹਦਾ ਫੋਨ ਮੰਗਿਆ। ਮੇਰੀ ਸਹੇਲੀ ਬਹੁਤ ਚੰਗੀ ਸੀ, ਉਹਨੇ ਮੈਨੂੰ ਆਪਣਾ ਫੋਨ ਦੇ ਦਿੱਤਾ। ਮੈਂ ਚਾਚੀ ਦੇ ਕਮਰੇ 'ਚ ਆਉਣ ਤੋਂ ਪਹਿਲਾਂ ਫੋਨ ਦਾ ਕੈਮਰਾ ਔਨ ਕਰਕੇ ਫੋਨ ਸਾਈਡ ਤੇ ਰੱਖ ਦਿੱਤਾ ਤਾਂ ਕਿ ਚਾਚੀ ਮੇਰੇ ਨਾਲ ਕੀ ਕਰਦੀ ਆ ਉਹ ਸਭ ਮੈਂ ਪਤਾ ਕਰ ਸਕਾਂ। ਉਸੇ ਤਰ੍ਹਾਂ ਅੱਜ ਵੀ ਹੋਇਆ। ਮੇਰੀ ਚਾਚੀ ਨੇ ਮੈਨੂੰ ਸੌਣ ਦਾ ਕਿਹਾ ਤੇ ਮੈਂ ਉਹਨਾਂ ਦੇ ਨਾਲ ਲੰਮੇ ਪੈ ਗਈ। ਅੱਜ ਮੈਂ ਬੇਫਿਕਰੀ ਸੀ ਕਿਉਂਕਿ ਅੱਜ ਮੈਨੂੰ ਕਿਸੇ ਵੀ ਚੀਜ਼ ਦਾ ਡਰ ਨਹੀਂ ਸੀ, ਕਿਉਂਕਿ ਅੱਜ ਚਾਚੀ ਦੀ ਸਾਰੀ ਸੱਚਾਈ ਪਤਾ ਲੱਗ ਜਾਣੀ ਸੀ ਕਿ ਚਾਚੀ ਸਾਡੇ ਘਰ ਕਿਉਂ ਆਉਂਦੀ ਆ, ਮੈਨੂੰ ਜੂਸ ਦੀ ਬੋਤਲ ਕਿਉਂ ਪਿਆਉਂਦੀ ਆ। ਅਗਲੇ ਦਿਨ ਉਹ ਜਾਣ ਲਈ ਤਿਆਰ ਹੋ ਗਈ। ਮੈਂ ਤੇ ਮੰਮੀ ਨੇ ਉਹਨੂੰ ਬਹੁਤ ਰੋਕਿਆ ਪਰ ਉਹ ਨਹੀਂ ਰੁਕੀ। ਉਹਨਾਂ ਦੇ ਜਾਣ ਤੋਂ ਬਾਅਦ ਮੈਂ ਜਲਦੀ ਨਾਲ ਆਪਣੇ ਕਮਰੇ 'ਚ ਚਲੀ ਗਈ। ਮੈਂ ਫੋਨ 'ਚ ਬਣੀ ਹੋਈ ਵੀਡੀਓ ਨੂੰ ਦੇਖਿਆ। ਉਹ ਦੇਖ ਕੇ ਤਾਂ ਮੇਰੇ ਹੋਸ਼ ਹੀ ਉੱਡ ਗਏ ਸੀ। ਮੈਂ ਉਸ ਵੇਲੇ ਪਾਰਲਰ ਵਾਲੀ ਕੋਲ ਚਲੀ ਗਈ। ਉਹਨੂੰ ਪੁੱਛਿਆ ਇਸ ਸਭ ਬਾਰੇ ਤੈਨੂੰ ਕਿੱਦਾਂ ਪਤਾ? ਉਹਨੇ ਮੇਰੇ ਹੱਥੋਂ ਫੋਨ ਫੜਿਆ ਤੇ ਫੇਸਬੁੱਕ ਖੋਲ੍ਹ ਕੇ ਦਿਖਾਇਆ। ਕਹਿਣ ਲੱਗੀ, ਤੇਰੀ ਚਾਚੀ ਤੇਰੀਆਂ ਗੰਦੀਆਂ ਫੋਟੋਆਂ ਖਿੱਚ ਕੇ ਫੇਸਬੁੱਕ ਤੇ ਪਾ ਦਿੰਦੀ ਆ ਤੇ ਕਈ ਲੋਕਾਂ ਨੂੰ ਤਾਂ ਤੇਰੀਆਂ ਫੋਟੋਆਂ ਭੇਜਦੀ ਵੀ ਆ। ਇਹ ਸਭ ਕਰਨ ਨਾਲ ਉਹਨਾਂ ਨੂੰ ਪੈਸੇ ਮਿਲਦੇ ਆ। ਤੇਰੀ ਚਾਚੀ ਇਹਨੇ ਦਿਨਾਂ ਤੋਂ ਤੇਰਾ ਇਸਤੇਮਾਲ ਕਰਦੀ ਪਈ ਸੀ ਤੇ ਤੇਰੇ ਤੋਂ ਪੈਸਾ ਕਮਾਉਂਦੀ ਪਈ ਆ। ਮੇਰੀ ਮੰਮੀ ਵੀ ਮੇਰੀ ਚਾਚੀ ਦੀ ਇਹ ਗੰਦੀ ਹਰਕਤ ਬਾਰੇ ਸੋਚ ਕੇ ਬਹੁਤ ਹੈਰਾਨ ਸੀ ਤੇ ਉਹਨਾਂ ਨੂੰ ਬਹੁਤ ਵੱਡਾ ਝਟਕਾ ਲੱਗਾ ਸੀ। ਮੈਂ ਖੁਦ ਹੈਰਾਨ ਸੀ ਕਿ ਮੇਰੀ ਚਾਚੀ ਮੇਰੇ ਨਾਲ ਹੀ ਸਭ ਕੁਝ ਕਰ ਸਕਦੀ, ਸਿਰਫ ਇੱਕ ਪੈਸੇ ਦੇ ਲਾਲਚ ਕਰਕੇ।
ਅਗਲੀ ਵਾਰ ਚਾਚੀ ਫੇਰ ਘਰ ਆਈ। ਮੈਂ ਘਰ ਵਾਲੇ ਕੱਪੜਿਆਂ ਵਿੱਚ ਹੀ ਸੀ। ਚਾਚੀ ਮੈਨੂੰ ਕਹਿਣ ਲੱਗੀ ਕਿ ਕੀ ਹੋਇਆ ਪ੍ਰੀਤੀ, ਤੂੰ ਤਿਆਰ ਕਿਉਂ ਨਹੀਂ ਹੋਈ ਤੇ ਪੁਲਿਸ ਅੱਜ ਇੱਥੇ ਕੀ ਕਰ ਰਹੀ ਹੈ। ਮੈਂ ਚਾਚੀ ਨੂੰ ਗੁੱਸੇ ਵਿੱਚ ਬੋਲੀ ਕਿ ਚਾਚੀ, ਜ਼ਿਆਦਾ ਚਲਾਕ ਬਣਨ ਦੀ ਕੋਈ ਲੋੜ ਨਹੀਂ, ਮੈਨੂੰ ਤੇਰੀ ਸਭ ਸੱਚਾਈ ਪਤਾ ਲੱਗ ਗਈ ਹੈ। ਅੱਜ ਤੋਂ ਬਾਅਦ ਤੂੰ ਇਹੋ ਜਿਹੇ ਕੰਮ ਨੂੰ ਕਰਨ ਤੋਂ ਪਹਿਲਾਂ ਜ਼ਰੂਰ ਡਰੇਂਗੀ। ਉਹ ਮੇਰੇ ਤੋਂ ਮਾਫੀ ਮੰਗਣ ਲੱਗੀ ਤੇ ਰੋਣ ਲੱਗ ਪਈ। ਮੈਂ ਚਾਚੀ ਨੂੰ ਕਿਹਾ ਕਿ ਚਾਚੀ, ਇਸ ਕੰਮ ਦੀ ਕੋਈ ਮਾਫੀ ਨਹੀਂ ਹੈ। ਉਸ ਤੋਂ ਬਾਅਦ ਚਾਚੀ ਨੂੰ ਪੁਲਿਸ ਫੜ ਕੇ ਲੈ ਗਈ। ਸੋ ਦੋਸਤੋ, ਸਾਨੂੰ ਕਦੇ ਵੀ ਕਿਸੇ ਤੇ ਇੰਨਾ ਯਕੀਨ ਨਹੀਂ ਕਰਨਾ ਚਾਹੀਦਾ, ਕਿਉਂਕਿ ਉਹ ਜਦੋਂ ਮਰਜ਼ੀ ਸਾਨੂੰ ਧੋਖਾ ਦੇ ਸਕਦੇ ਆ। ਅੱਜ ਕੱਲ੍ਹ ਕੋਈ ਕਿਸੇ ਦਾ ਸਕਾ ਨਹੀਂ ਹੁੰਦਾ। ਮੈਂ ਵੀ ਆਪਣੀ ਮੰਮੀ ਤੋਂ ਸਿਲਾਈ ਸਿੱਖ ਕੇ ਕੱਪੜੇ ਸੀਨੇ ਸ਼ੁਰੂ ਕਰ ਦਿੱਤੇ। ਹੁਣ ਸਾਡੀ ਜ਼ਿੰਦਗੀ ਬਹੁਤ ਵਧੀਆ ਲੰਘਦੀ ਪਈ ਹੈ। ਪਰ ਇਹ ਦਾਗ ਹਮੇਸ਼ਾ ਲਈ ਮੇਰੇ ਮੱਥੇ ਤੇ ਲੱਗ ਗਿਆ ਸੀ। ਮੈਂ ਕਿਸ ਨੂੰ ਸੱਚਾਈ ਦੱਸਦੀ, ਪਰ ਮੈਂ ਲੋਕਾਂ ਦੀਆਂ ਗੱਲਾਂ ਨੂੰ ਅਣਸੁਣਿਆ ਕਰਕੇ ਆਪਣੀ ਜ਼ਿੰਦਗੀ ਵਿੱਚ ਅੱਗੇ ਵਧਦੀ ਗਈ ਤੇ ਹੁਣ ਅਸੀਂ ਆਪਣੀ ਜ਼ਿੰਦਗੀ 'ਚ ਬਹੁਤ ਜ਼ਿਆਦਾ ਖੁਸ਼ ਹਾਂ। ਦੋਸਤੋ, ਇਹ ਸੀ ਅੱਜ ਦੀ ਕਹਾਣੀ। ਅਗਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਰੂਹਾਨੀ ਸੋਚ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਜ਼ਰੂਰ ਲਾਈਕ ਤੇ ਸ਼ੇਅਰ ਕਰਨਾ ਤੇ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰਨਾ। ਧੰਨਵਾਦ।